सो हेलो स्टूडेंट्स, ਆਪਾਂ ਪਹੁੰਚ ਗਏ ਜੀ ਤੁਹਾਡੇ ਕੋਲ ਸਾਡਾ ਜਿਹੜਾ ਹੈਗਾ ਹੈ ਤੀਸਰਾ ਵੀਡੀਓ ਹੈਗਾ ਜੀ। ਤੁਹਾਡੇ ਕੋਲ ਦੋ ਵੀਡੀਓ ਆਪਾਂ ਕਰ ਲਏ ਨੇ। ਤੁਹਾਡੇ ਕੋਲ ਆਪਣਾ ਲੈਸਨ ਕਿਹੜਾ ਚੱਲ ਰਿਹਾ ਸੀਗਾ, ਕੁਦਰਤੀ ਸਾਧਨ ਚੱਲ ਰਿਹਾ ਸੀ ਜੀ ਲੈਸਨ। ਮੋਸਟ ਇੰਪੋਰਟੈਂਟ ਕੁਐਸਚਨਸ ਕਰ ਰਹੇ ਸੀਗੇ ਆਪਾਂ। ਠੀਕ ਹੋ ਗਿਆ ਜੀ। ਸੋ ਦੇਖੀਏ ਜੀ ਤੁਹਾਡੇ ਕੋਲ ਜਿਹੜਾ ਹੈਗਾ ਹੈ, ਆਪਾਂ ਅੱਗੇ ਦੇਖੀਏ ਤੁਹਾਡੇ ਕੋਲ। ਸੋ ਜਿਹੜੀ ਭੂਮੀ ਪਿੰਡਾਂ ਸ਼ਹਿਰਾਂ ਰੇਲਵੇ ਲਾਈਨਾਂ ਝੀਲਾਂ ਦੁਆਰਾ ਮੱਲੀ ਹੋਈ ਹੁੰਦੀ ਉਸ ਭੂਮੀ ਨੂੰ ਕੀ ਕਹਿੰਦੇ। ਦੇਖੋ ਸਿੰਪਲ ਜੀ ਗੱਲ ਹੈ, ਜਿਹੜੀ ਭੂਮੀ ਖੇਤ ਪਿੰਡਾਂ ਸ਼ਹਿਰਾਂ ਰੇਲਵੇ ਲਾਈਨਾਂ ਦਰਿਆਵਾਂ ਝੀਲਾਂ ਨੇ ਮੱਲੀ ਹੁੰਦੀ, ਖੇਤੀਯੋਗ ਤਾਂ ਹੋ ਨਹੀਂ ਸਕਦੀ। ਖੇਤੀ ਤੋਂ ਬਿਨਾਂ ਛੱਡੀ ਹੋਈ ਭੂਮੀ ਹੁੰਦੀ ਹੈ ਜਿਹੜੀ, ਇਹ ਵਾਲੀ ਭੂਮੀ ਜਿਹੜੀ ਹੁੰਦੀ ਹੈ ਨਾ, ਇਹਨੂੰ ਅਸੀਂ ਫੈਲੋ ਲੈਂਡ ਕਹਿੰਦੇ ਆ। ਤੇ ਉਪਜਾਊ ਸ਼ਕਤੀ ਰੀਗੇਨ ਕਰਨ ਲਈ ਹੁੰਦੀ ਹੈ ਤੁਹਾਡੇ ਕੋਲ। ਠੀਕ ਹੈ ਜੀ। ਤਾਂ ਜਿਹੜੀ ਹੈਗੀ ਹੈ ਤਾਂ ਮਤਲਬ ਜਿਹੜੀ ਆਹ ਵਾਲੀ ਛੱਡੀ ਹੋਈ ਹੁੰਦੀ ਹੈ ਇਹਨੂੰ ਅਸੀਂ ਫੈਲੋ ਲੈਂਡ ਕਹਿੰਦੇ ਆ। ਫੈਲੋ ਲੈਂਡ ਇਹ ਉਪਜਾਊ ਸ਼ਕਤੀ ਬਣਾਉਣ ਲਈ ਛੱਡੀ ਹੁੰਦੀ ਹੈ। ਉਪਜਾਊ ਸ਼ਕਤੀ ਰੀਗੇਨ ਕਰਨ ਲਈ, ਰੀਗੇਨ ਮੈਨੇ ਮੁੜ ਪ੍ਰਾਪਤ ਕਰਨ ਲਈ। ਸੋ ਮੁੜ ਪ੍ਰਾਪਤ ਕਰਨ ਲਈ ਛੱਡੀ ਹੁੰਦੀ, ਇਹਦਾ ਮਤਲਬ ਸਾਲ ਡੇਢ ਸਾਲ ਬਾਅਦ ਤਾਂ ਇੱਥੇ ਖੇਤੀ ਹੋਊਗੀ ਉਹ ਹੋਊਗੀ। ਸੋ ਆਹ ਆਪਸ਼ਨ ਵੀ ਨਹੀਂ ਹੈਗੀ। ਸੋ ਗੈਰ ਖੇਤੀ ਭੂਮੀ ਇਹ ਹੋਊਗੀ, ਕਿਉਂਕਿ ਇਹ ਰੇਲਵੇ ਸਟੇਸ਼ਨਾਂ ਵਾਲੀ ਹੋਗੀ, ਜੇ ਹੋਗੀ ਇਹ ਗੈਰ ਖੇਤੀ ਭੂਮੀ ਹੁੰਦੀ ਹੈ। ਠੀਕ ਹੈ ਜੀ। ਸੋ ਅਗਲਾ ਕੁਐਸਚਨ ਕਹਿੰਦਾ ਭੂਮੀ ਇੱਕ ਬਹੁਤ ਮਹੱਤਵਪੂਰਨ ਅਤੇ ਸੀਮਤ ਸਾਧਨ ਹੈ। ਇਹ ਠੀਕ ਹੈ ਜੀ। ਪੰਜਾਬ ਵਰਗੇ ਰਾਜ ਵਿੱਚ ਪਸ਼ੂਆਂ ਨੂੰ ਖੁੱਲੀਆਂ ਚਾਰਾਗਾਹਾਂ ਤੇ ਚਰਾਉਣ ਦਾ ਰਿਵਾਜ ਵੱਧ ਰਿਹਾ ਹੈ। ਖੁੱਲੀਆਂ ਚਾਰਾਗਾਹਾਂ ਹੈ ਹੀ ਨਹੀਂ ਗਿਆ ਪੰਜਾਬ ਦੇ ਵਿੱਚ। ਤੁਸੀਂ ਸੋਚੋ ਤੁਹਾਡੇ ਪਿੰਡਾਂ 'ਚ ਕਿਹੜੀ ਖੁੱਲੀ ਜਗ੍ਹਾ ਹੁੰਦੀ ਹੈ ਜਿੱਥੇ ਤੁਸੀਂ ਜੰਤੂ ਚਰਵਾ ਲਓ, ਨਹੀਂ ਹੁੰਦੀ ਤੁਹਾਡੇ ਪਾਸ। ਸੋ ਇਹ ਆਪਸ਼ਨ ਨਹੀਂ ਸਹੀ ਹੈਗੀ। ਸੋ ਪਹਿਲੀ ਆਪਸ਼ਨ ਸਹੀ ਤੇ ਦੂਜੀ ਗਲਤ ਹੈ। ਆ ਵੈਰੀ ਇੰਪੋਰਟੈਂਟ ਕੁਐਸਚਨ ਹੈ ਜੀ। ਉਹ ਮਿੱਟੀ ਜੋ ਅਗਨੀ ਚਟਾਨਾਂ ਤੋਂ ਪ੍ਰਾਪਤ ਹੋਈ ਹੈ ਤੇ ਕਪਾਹ ਦੀ ਫਸਲ ਲਈ ਕਾਲੀ ਮਿੱਟੀ ਯੂਜ਼ ਹੁੰਦੀ ਹੈ। ਵੈਰੀ ਇੰਪੋਰਟੈਂਟ ਕੁਐਸਚਨ ਹੈ ਜੀ, ਪੱਕਾ ਆਣਾ ਇਹਨੇ ਤੁਹਾਡੇ ਕੋਲ ਪੇਪਰ ਦੇ ਵਿੱਚ, ਪੱਕਾ ਪੇਪਰ 'ਚ ਆਏਗਾ। ਠੀਕ ਹੈ ਜੀ। ਰਮੇਸ਼ ਨੇ ਆਪਣੇ ਪਿਤਾ ਨੂੰ ਪੁੱਛਿਆ ਕਿ ਕਹਿੰਦਾ ਉਹ ਖੇਤਾਂ ਵਿੱਚ ਫਸਲ ਕਿਉਂ ਨਹੀਂ ਉਗਾਉਂਦੇ, ਤਾਂ ਪਿਤਾ ਨੇ ਜਵਾਬ ਦਿੱਤਾ ਕਿ ਜਿਹੜੀ ਸਾਡੀ ਮਿੱਟੀ ਹੈ ਚੂਨਾ, ਮੈਗਨੀਸ਼ੀਅਮ, ਫਾਸਫੇਟ, ਨਾਈਟ੍ਰੋਜਨ ਆਦਿ ਤੱਤਾਂ ਦੀ ਕਮੀ ਹੈਗੀ ਹੈ। ਸੋ ਇਹ ਕਿਹੜੀ ਮਿੱਟੀ 'ਚ ਇਹਨਾਂ ਤੱਤਾਂ ਦੀ ਕਮੀ ਹੁੰਦੀ ਹੈ? ਸੋ ਲਾਲ ਮਿੱਟੀ ਜਿਹੜੀ ਹੈਗੀ ਹੈ ਤੁਹਾਡੇ ਕੋਲ, ਇਹ ਸਾਰੇ ਤੱਤਾਂ ਦੀ ਜਿਹੜੀ ਹੈ, ਚੂਨਾ, ਮੈਗਨੀਸ਼ੀਅਮ, ਫਾਸਫੇਟ, ਇਹ ਕੁਛ ਨਹੀਂ ਹੁੰਦਾ। ਸੋ ਜਿਹੜੀਆਂ ਚੀਜ਼ਾਂ ਲਈ ਇਹ ਚੀਜ਼ ਚਾਹੀਦੀ ਹੁੰਦੀ ਉਹ ਨਹੀਂ ਉੱਗ ਸਕਦੀ ਇੱਥੇ। ਠੀਕ ਹੈ ਜੀ। ਸੋ ਜਿਹੜਾ ਹੈਗਾ ਤੁਹਾਡੇ ਕੋਲ ਕਹਿੰਦਾ ਧਰਤੀ ਦੇ 71% ਹਿੱਸਾ ਪਾਣੀ ਨਾਲ ਘਿਰਿਆ ਹੋਇਆ ਹੈ। ਧਰਤੀ ਦਾ ਇੱਕ ਤਿਹਾਈ ਭਾਗ ਪਾਣੀ ਨਾਲ ਘਿਰਿਆ ਹੋਣ ਕਰਕੇ, ਇੱਕ ਤਿਹਾਈ ਨਹੀਂ ਜੀ ਉਰੇ 2/3 ਹੈ। 71% ਲਗਭਗ 2/3 ਹੁੰਦਾ। ਸੋ ਧਰਤੀ ਦਾ 71% ਹਿੱਸਾ ਪਾਣੀ ਨਾਲ ਘਿਰਿਆ ਹੋਇਆ ਹੈ। ਧਰਤੀ ਦਾ 2/3 ਭਾਗ ਪਾਣੀ ਨਾਲ ਘਿਰਿਆ ਹੁੰਦਾ, ਇਸ ਕਰਕੇ ਇਸ ਨੂੰ ਕਿਹੜੇ ਨਾਲ ਜਾਣਿਆ ਜਾਂਦਾ ਹੈ? ਸੋ ਪਾਣੀ ਸਾਧਨ ਭੂਮੀ, ਮਾਤ ਭੂਮੀ ਇਹ ਤਾਂ ਹੈ ਨਹੀਂ। ਪਾਣੀ ਗ੍ਰਹਿ ਨਹੀਂ ਕਹਿੰਦੇ ਹੈਗੇ ਵੈਸੇ, ਆਪਾਂ ਇਹਨੂੰ ਬਲੂ ਪਲੈਨਟ ਕਹਿੰਦੇ ਆ, ਵੈਸੇ ਨੀਲਾ ਗ੍ਰਹਿ ਕਹਿੰਦੇ ਆ ਤੁਹਾਡੇ ਕੋਲ। ਸੋ ਕਿਤੇ ਪਾਣੀ ਗ੍ਰਹਿ ਲਿਖਿਆ ਹੋਵੇ ਮੈਂ ਕਹਿ ਨਹੀਂ ਸਕਦਾ। ਵੈਸੇ ਆਪਸ਼ਨ ਬੈਟਰ ਆਪਸ਼ਨ ਤਾਂ ਆਹੀ ਹੈ, ਨਨ ਆਫ ਦੀਜ਼ ਆਏਗਾ। ਸੋ ਜੇ ਕਿਤੇ ਪੰਜਾਬੀ ਦੀ ਕਿਤਾਬ, ਕਿਉਂਕਿ ਆਪਾਂ ਨਾਰਮਲੀ ਜਿਹੜੀਆਂ ਕਿਤਾਬਾਂ 'ਚ ਬਲੂ ਪਲੈਨਟ ਹੀ ਪੜ੍ਹਿਆ, ਕਿਉਂਕਿ ਨੀਲਾ ਰੰਗ ਮੈਪ ਵਿੱਚ ਆਪਾਂ ਪਾਣੀ ਦਾ ਦਿੰਦੇ ਹਾਂ। ਇਨ ਕੇਸ ਜਦੋਂ ਤੁਹਾਨੂੰ ਲੱਗਿਆ ਕਿਤੇ ਵੀ ਪਾਣੀ ਗ੍ਰਹਿ ਵੀ ਲਿਖਿਆ ਹੋਇਆ ਤਾਂ ਦੇਖ ਲਿਓ, ਵੈਸੇ ਬੈਟਰ ਆਪਸ਼ਨ ਨੀਲਾ ਗ੍ਰਹਿ। ਸੋ ਭਾਰਤ ਦੇ ਕੁੱਲ ਖੇਤਰਫਲ ਦਾ ਕਿੰਨਾ ਹਿੱਸਾ ਜਿਹੜਾ ਹੈਗਾ ਤੁਹਾਡੇ ਕੋਲ, ਉਹ ਤੁਹਾਡੇ ਕੋਲ ਜਿਹੜਾ ਹੈਗਾ ਹੈ ਗੈਰ ਖੇਤੀ ਭੂਮੀ, ਵੀ ਰੇਲਵੇ ਸਟੇਸ਼ਨ ਬਣੇ ਹੋਏ ਨੇ ਸੜਕਾਂ ਦੇ ਕਿਨਾਰੇ। ਸੋ 14% ਭਾਗ ਗੈਰ ਖੇਤੀ ਭੂਮੀ ਹੈਗਾ ਤੁਹਾਡੇ ਕੋਲ। ਠੀਕ ਹੈ ਜੀ। ਸੋ ਚਲਿਏ ਜੀ ਅੱਗੇ ਤੁਹਾਡੇ ਕੋਲ। ਸੋ ਜਿਹੜਾ ਹੈਗਾ ਤੁਹਾਡੇ ਕੋਲ ਰੋਹਨ ਰਾਜਸਥਾਨ ਵਿੱਚ ਗਿਆ। ਠੀਕ ਹੈ, ਜਲਦੀ ਪਾਣੀ, ਕਿਉਂਕਿ ਰਾਜਸਥਾਨ 'ਚ ਰੇਤਲੀ ਮਿੱਟੀ ਹੁੰਦੀ ਹੈ, ਪਾਣੀ ਨਹੀਂ ਤਾਂ ਛੇਤੀ ਜਾਣਾ ਹੀ ਹੈ ਜ਼ਮੀਨ ਵਿੱਚ। ਠੀਕ ਹੈ, ਇੱਥੇ ਜ਼ਿਆਦਾ ਪਾਣੀ ਵਾਲੀਆਂ ਫਸਲਾਂ ਨਹੀਂ ਉੱਗ ਸਕਦੀਆਂ। ਰਾਜਸਥਾਨ 'ਚ ਕਿਹੜੀ ਮਿੱਟੀ ਪਾਈ ਜਾਂਦੀ ਹੈ? ਸਿੱਧੀ ਜਿਹੀ ਗੱਲ ਹੈ, ਮਾਰੂਥਲ 'ਚ ਗਏ ਹੋ ਤਾਂ ਮਾਰੂਥਲੀ ਮਿੱਟੀ ਹੀ ਪਾਈ ਜਾਏਗੀ ਤੁਹਾਡੇ ਕੋਲ। ਸੋ ਈਜ਼ੀ ਹੈ ਜੀ ਕੁਐਸਚਨ, ਕੋਈ ਲੰਬੀ ਚੌੜੀ ਗੱਲਬਾਤ ਹੈ ਨਹੀਂ ਜੀ ਤੁਹਾਡੇ ਕੋਲ। ਠੀਕ ਹੈ, ਤੁਸੀਂ ਸਾਰਿਆਂ ਨੇ ਆਪਣੇ ਘਰਾਂ ਜਾਂ ਸਕੂਲ ਦੇ ਆਲੇ ਦੁਆਲੇ ਦੇਖਿਆ ਹੈ ਕਿ ਕੁਝ ਫੁੱਲ ਬੂਟੇ ਜਾਂ ਪੇੜ ਪੌਦੇ ਆਪਣੇ ਆਪ ਉਗਵਾਉਂਦੇ ਹਨ। ਇਹ ਕਿਸ ਕਿਸਮ ਦੀ ਬਨਸਪਤੀ ਹੁੰਦੀ ਹੈ? ਸੋ ਆਪੇ ਉਗਦੇ ਆ ਤਾਂ ਕੁਦਰਤੀ ਬਨਸਪਤੀ ਹੈ ਜੀ। ਨਦੀਨ ਉੱਗੀ ਜਾਂਦੇ ਆ, ਘਾਹ ਉੱਗੀ ਜਾਂਦਾ ਹੈ। ਸੋ ਇਹ ਵੈਰੀ ਇੰਪੋਰਟੈਂਟ ਕੁਐਸਚਨ ਹੈਗਾ ਤੁਹਾਡੇ ਕੋਲ। ਠੀਕ ਹੈ ਜੀ। ਚਿੱਤਰ ਵਿੱਚ ਦਰਸਾਏ ਗਏ ਖੇਤਰ ਵਿੱਚ ਕਿਸ ਤਰ੍ਹਾਂ ਦੀ ਮਿੱਟੀ ਹੈਗੀ ਹੈ ਤੁਹਾਡੇ ਕੋਲ? ਸੋ ਆਹ ਵਾਲਾ ਹੈ, ਤੁਹਾਡੀ ਬੁੱਕ 'ਚ ਮੈਪ ਬਣਿਆ ਹੋਇਆ ਜੀ ਤੁਹਾਡੇ ਕੋਲ। ਜਰੋੜ ਮਿੱਟੀ ਹੁੰਦੀ ਹੈ ਜੀ ਇਹ।
ਸੋ ਜਲੋੜ ਮਿੱਟੀ ਹੈ ਜੀ ਇਸ ਪੋਰਸ਼ਨ ਦੇ ਵਿੱਚ, ਸੋ ਇਹ ਤੁਸੀਂ ਖਿਆਲ ਰੱਖਣਾ ਹੈਗਾ ਔਰ ਇੰਪੋਰਟੈਂਟ ਹੈ। ਮੈਪ ਤੇ ਬਹੁਤ ਫੋਕਸ ਕਰਨਾ ਜੀ, ਤੁਹਾਡਾ ਮੈਪ ਵਾਲਾ ਦਿਨ ਵੀ ਹੁੰਦਾ, ਤੁਹਾਨੂੰ ਸਾਰੇ ਮੈਪ ਯਾਦ ਹੋਣੇ ਚਾਹੀਦੇ ਆ। ਇਹਨਾਂ ਸਾਰਿਆਂ ਤੇ ਆਸਮਾਨ ਵਿੱਚ ਬੱਦਲਾਂ ਨੂੰ ਦੇਖਿਆ ਤੁਸੀਂ ਸਾਰਿਆਂ ਨੇ, ਜਦੋਂ ਇਹ ਤਰਲ ਰੂਪ ਵਿੱਚ ਧਰਤੀ ਤੇ ਗਿਰਦੇ ਆ, ਧਰਤੀ ਤੇ ਗਿਰਦੇ ਆ ਤਾਂ ਰੇਨ ਹੁੰਦੀ ਹੈ ਜੀ, ਰੇਨ ਨੂੰ ਵਰਖਾ ਕਹਿੰਦੇ ਆ ਜੀ। ਸੋ ਇਹ ਵੀ ਇੰਪੋਰਟੈਂਟ ਹੋ ਗਿਆ ਜੀ ਤੁਹਾਡੇ ਕੋਲ, ਠੀਕ ਹੈ ਜੀ। ਅੱਗੇ ਚਲੀਏ। ਹਰਕੀਰਤ ਛੁੱਟੀਆਂ ਵਿੱਚ ਬੰਗਾਲ ਘੁੰਮਣ ਗਿਆ, ਉੱਥੇ ਦੇਖਿਆ ਕਿ ਇੱਥੇ ਵਣ ਸਦਾ ਹਰੇ ਭਰੇ ਰਹਿੰਦੇ ਹਨ ਅਤੇ ਪੱਤੇ ਕਿਸੇ ਵੀ ਮੌਸਮ ਵਿੱਚ ਨਹੀਂ ਝੜਦੇ। ਸੋ ਜਿਹੜੇ ਕਿਹੜੇ ਵਾਲੇ ਬਣ ਨੇ ਕਿ ਪੱਤੇ ਇੱਥੇ ਨਹੀਂ ਝੜਦੇ, ਤਾਂ ਇਹ ਸਦਾ ਬਹਾਰ ਬਣ ਨੇ ਜੀ। ਇਹ ਤੁਹਾਡਾ ਪੱਛਮੀ ਬੰਗਾਲ ਵਿੱਚ ਹੁੰਦੇ ਨੇ ਤੁਹਾਡੇ ਕੋਲ, ਠੀਕ ਹੈ। ਬੰਗਾਲ 'ਚ ਹੀ ਗਿਆ ਸੀ ਉਹ। ਪੱਛਮੀ ਬੰਗਾਲ ਵਿੱਚ ਇੱਦਾਂ ਦੇ ਵਣ ਮਿਲਣਗੇ ਤੁਹਾਨੂੰ, ਆਸਾਮ ਦੇ ਵਿੱਚ ਮਿਲਣਗੇ ਤੁਹਾਡੇ ਕੋਲ, ਇਹ ਯਾਦ ਰੱਖਣਾ। ਤੇ ਕੁਝ ਪੋਰਸ਼ਨ ਕਰਨਾਟਕਾ ਦਾ ਹੁੰਦਾ, ਸਾਰੇ ਤਾਂ ਨਹੀਂ ਕਰਨਾਟਕਾ 'ਚ ਮਿਲਦੇ, ਕੁਝ ਹਿੱਸਾ ਜਿਹੜਾ ਹੈ ਉਹ ਕਰਨਾਟਕ ਦਾ ਵੀ ਹੈਗਾ, ਠੀਕ ਹੈ ਜੀ। ਸੋ ਕਹਿੰਦਾ ਜਿਹੜਾ ਹੈਗਾ ਤੁਹਾਡੇ ਕੋਲ, ਕਹਿੰਦਾ ਵਿਦਿਆਰਥੀਓ ਤੁਸੀਂ ਸਾਰਿਆਂ ਨੇ ਗੰਗਾ ਬ੍ਰਹਮਪੁੱਤਰ ਦਾ ਡੈਲਟੇ ਬਾਰੇ ਜ਼ਰੂਰ ਸੁਣਿਆ ਹੋਵੇਗਾ, ਜਿੱਥੇ ਨਦੀਆਂ ਸਮੁੰਦਰਾਂ ਪ੍ਰਵੇਸ਼ ਕਰਨ ਤੋਂ ਪਹਿਲਾਂ ਡੈਲਟਾ ਬਣਾਉਂਦੀਆਂ ਹਨ। ਡੈਲਟਾਈ ਵਣਾਂ ਵਿੱਚੋਂ ਕਿਸ ਤਰ੍ਹਾਂ ਦੇ ਵਣ ਮਿਲਦੇ ਹਨ? ਸੋ ਜਿਹੜਾ ਤੁਸੀਂ ਡੈਲਟਾ ਬਣਿਆ ਹੈ, ਡੈਲਟਾ ਨੂੰ ਤੁਸੀਂ ਸੁੰਦਰਬਨ ਦਾ ਡੈਲਟਾ ਕਹਿੰਦੇ ਹੋ, ਤਾਂ ਸੁੰਦਰੀ ਟਰੀ ਮਿਲਦੇ ਆ ਉੱਥੇ ਤੁਹਾਡੇ ਕੋਲ, ਠੀਕ ਹੈ। ਤਾਂ ਡੈਲਟਾ ਵਣਾਂ ਨੂੰ ਹੇਠ ਲਿਖੀ ਸੁੰਦਰੀ ਬਾਣੀ ਹੈ, ਤਾਂ ਤੁਸੀਂ ਸੁੰਦਰਬਨ ਕਹਿੰਦੇ ਹੋ ਨਾ ਉਹਨੂੰ, ਤੁਹਾਡੇ ਕੋਲ ਸੁੰਦਰਬਨ। ਵੈਸਟ ਬੰਗਾਲ ਦੇ ਵਿੱਚ ਸੁੰਦਰਬਨ ਹੈਗੇ ਆ ਜੀ, ਸੁੰਦਰਬਨ ਡੈਲਟਾ ਹੀ ਕਹਿ ਲਓ ਤੁਸੀਂ। ਸੋ ਜੇ ਸੁੰਦਰਬਨ ਡੈਲਟਾ ਹੈਗਾ ਹੈ ਤੁਹਾਡੇ ਕੋਲ, ਤਾਂ ਉੱਥੇ ਸੁੰਦਰੀ ਬਣ ਜਾਂ ਆਪਾਂ ਸੁੰਦਰਬਨ ਕਹਿੰਦੇ ਹਾਂ। ਸੋ ਇਹੀ ਆਪਸ਼ਨ ਜਿਹੜੀ ਹੈਗੀ ਹੈ ਤੁਹਾਡੀ ਕਰੈਕਟ ਹੈਗੀ ਹੈ ਤੁਹਾਡੇ ਕੋਲ, ਠੀਕ ਹੋ ਗਿਆ ਜੀ। ਸੋ ਆਪਾਂ ਦੇਖੀਏ ਜੀ ਤੁਹਾਡੇ ਕੋਲ, ਸੋ ਜਿਹੜਾ ਹੈਗਾ ਇਹ ਹੋ ਗਿਆ। ਉਸ ਤੋਂ ਬਾਅਦ ਜਿਹੜਾ ਹੈਗਾ ਆਪਣਾ ਅਗਲਾ ਕੁਐਸਚਨ ਹੈਗਾ, ਗੁਰਪ੍ਰੀਤ ਨੇ ਆਸ਼ੀਸ਼ ਨੂੰ ਦੱਸਿਆ ਕਿ ਅਧਿਆਪਕ ਕਲਾਸ ਵਿੱਚ ਉਸ ਬਨਸਪਤੀ ਬਣਾ ਜਿਸ ਦਾ ਪ੍ਰਯੋਗ ਇਮਾਰਤਾਂ, ਰੇਲ ਦੇ ਡੱਬੇ, ਮਾਚਿਸ, ਫਰਨੀਚਰ ਬਣਾਉਣ ਲਈ ਕੀਤਾ ਜਾਂਦਾ, ਠੀਕ ਹੈ ਜੀ। ਸੋ ਜਿਹੜਾ ਹੈਗਾ ਨਾ, ਜਿਹੜਾ ਚੀਲ ਦਾ ਪੌਦਾ ਹੈ, ਦੇਵਦਾਰ ਦਾ ਪੌਦਾ ਹੈ, ਠੀਕ ਹੈ, ਮੈਪਲ ਹੈ, ਇਹ ਸਾਰਿਆਂ ਦੀ ਜਿਹੜੀ ਲੱਕੜ ਵਗੈਰਾ ਹੈਗੀ ਹੈ ਇਹ ਆਪਾਂ ਯੂਜ਼ ਕਰਦੇ ਹਾਂ। ਤੋ ਇਹ ਜਿਹੜੀ ਹੈ ਇਹ ਪਰਬਤੀ ਬਨਸਪਤੀ ਹੈ, ਇਹ ਸਾਰਾ ਜਿਹੜਾ ਚੀਲ ਹੈ ਜੀ, ਇਹ ਚੀਲ ਤੁਹਾਡੀ ਚੱਚਾ ਹੈ। ਤੋ ਇਹ ਵਾਲੀ ਚੀਜ਼ ਸਾਰੀ ਪਹਾੜੀ ਇਲਾਕਿਆਂ 'ਚ ਹੁੰਦੀ ਹੈ, ਦੇਵਦਾਰ ਪਹਾੜੀ ਇਲਾਕਿਆਂ 'ਚ, ਲੱਕੜ ਹਾਰਡ ਹੈ ਜੀ ਇਹਨਾਂ ਦੀ, ਇਹ ਯੂਜ਼ ਹੁੰਦੀ ਹੈ। ਤਾਂ ਸਾਰਾ ਕੰਮ ਮਾਚਿਸ, ਫਰਨੀਚਰ, ਡੱਬੇ, ਠੀਕ ਹੈ, ਇਹ ਸਾਰਾ ਜਿਹੜਾ ਹੈਗਾ ਤੁਹਾਡੇ ਪਾਸ ਫਿਰ ਇਹਨਾਂ ਤੋਂ ਹੀ ਬਣਦਾ ਹੈ। ਸੋ ਅਗੇਨ ਵੈਰੀ ਇੰਪੋਰਟੈਂਟ ਕੁਐਸਚਨ ਹੈ ਜੀ। ਸਰਦੀਆਂ ਵਿੱਚ ਬਹੁਤ ਸਾਰੇ ਪੰਛੀ ਸੰਸਾਰ ਦੇ ਠੰਡੇ ਪ੍ਰਦੇਸ਼ਾਂ ਤੋਂ ਭਾਰਤ ਵਿੱਚ ਆਉਂਦੇ ਹਨ, ਠੀਕ ਹੈ। ਮੇਨ ਸਾਈਬੇਰੀਆ ਹੀ ਹੈ, ਪਰ ਕੁਝ ਚਾਈਨਾ ਤੋਂ ਵੀ ਆਉਂਦੇ, ਦੋਨੋਂ ਆਪਸ਼ਨ ਮਤਲਬ ਜੇ ਚਾਈਨਾ ਆਪਸ਼ਨ ਨਾ ਹੁੰਦੀ ਤਾਂ ਮੇਨ ਨਾ ਹੁੰਦਾ। ਸਾਈਬੇਰੀਆ 'ਚ ਬਹੁਤ ਜ਼ਿਆਦਾ ਠੰਡ ਹੁੰਦੀ ਹੈ, ਤਾਂ ਠੰਡ ਤੋਂ ਬਚਣ ਕਰਕੇ ਆਉਂਦੇ ਨੇ, ਦੂਜਾ ਪ੍ਰਜਨਨ ਕਰਕੇ ਆਉਂਦੇ ਨੇ, ਤੁਹਾਡੇ ਕੋਲ ਭੋਜਨ ਦੀ ਭਾਲ ਕਰਕੇ ਆਉਂਦੇ ਨੇ। ਮਤਲਬ ਇਹ ਪੰਛੀ ਕਿਉਂ ਆਉਂਦੇ ਨੇ, ਤਾਂ ਇਹਨਾਂ ਦਾ ਪਹਿਲਾ ਰੀਜ਼ਨ ਤਾਂ ਭੋਜਨ ਦੀ ਭਾਲ ਹੁੰਦਾ, ਕਿਉਂਕਿ ਬਰਫ਼ ਜੰਮ ਜਾਂਦੀ ਹੈ ਉੱਥੇ, ਸਾਈਬੇਰੀਆ ਵਗੈਰਾ 'ਚ ਬਹੁਤ ਜ਼ਿਆਦਾ ਬਰਫ਼ ਹੁੰਦੀ ਹੈ। ਤੇ ਦੂਸਰਾ ਹੁੰਦਾ ਪ੍ਰਜਨਨ, ਪ੍ਰਜਨਨ ਮੈਨੇ ਤੁਹਾਡੇ ਕੋਲ ਜਿਹੜਾ ਹੈਗਾ ਅੰਡੇ ਵਗੈਰਾ ਪੰਛੀ ਦਿੰਦੇ ਆ, ਠੀਕ ਹੈ। ਤੋ ਮੋਹਿਤ ਆਪਣੇ ਭਰਾ ਨੂੰ ਦੱਸਦਾ, ਭਾਰਤ ਸਰਕਾਰ ਦੁਆਰਾ ਜੰਗਲੀ ਜੀਵਾਂ ਦੇ ਬਚਾਅ ਸੰਭਾਲ ਲਈ ਵੱਖਰੇ ਵੱਖਰੇ ਕਦਮ ਚੁੱਕੇ ਜਾ ਰਹੇ ਹਨ। ਜੰਗਲੀ ਜੀਵਾਂ ਲਈ ਭਾਰਤੀ ਬੋਰਡ, ਠੀਕ ਹੈ, ਇੰਡੀਅਨ ਬੋਰਡ ਫॉर ਵਾਈਲਡ ਲਾਈਫ ਇਹਨੂੰ ਕਹਿੰਦੇ, ਇੰਡੀਅਨ ਬੋਰਡ, ਇਹ ਕਿਉਂਕਿ ਇੰਗਲਿਸ਼ 'ਚ ਜ਼ਿਆਦਾ ਸਮਝ ਆ ਜਾਂਦਾ, ਬੋਰਡ ਫॉर ਵਾਈਲਡ ਲਾਈਫ, ਇਹ ਜੀਕੇ ਦੇ ਵਿੱਚ ਵੀ ਤੁਹਾਡੇ ਕੋਲ। ਸੋ ਇਹ ਵਾਲਾ 1952 ਦੇ ਵਿੱਚ ਜਿਹੜਾ ਹੈਗਾ ਬਣਿਆ ਹੈਗਾ। ਸੋ ਵੈਰੀ ਇੰਪੋਰਟੈਂਟ ਕੁਐਸਚਨ ਹੈਗਾ ਤੁਹਾਡੇ ਕੋਲ, ਠੀਕ ਹੈ। ਗਗਨਦੀਪ ਆਪਣੇ ਦਾਦਾ ਜੀ ਨੂੰ ਪੁੱਛਦਾ ਹੈ, ਪਾਣੀ ਬਚਾਓ ਜੀਵਨ ਬਚਾਓ ਦਾ ਨਾਰਾ ਕਿਉਂ ਲਗਾਇਆ ਗਿਆ ਹੈ, ਠੀਕ ਹੈ ਜੀ। ਪਾਣੀ ਬਚਾਓ ਜੀਵਨ ਬਚਾਓ, ਅਰੇ ਪਾਣੀ ਖੇਤੀਬਾੜੀ 'ਚ ਯੂਜ਼ ਹੁੰਦਾ, ਪਾਣੀ ਉਦਯੋਗਾਂ 'ਚ ਯੂਜ਼ ਹੁੰਦਾ, ਬਿਜਲੀ 'ਚ ਯੂਜ਼ ਹੁੰਦਾ, ਉਪਰੋਕਤ ਸਾਰੀਆਂ ਚੀਜ਼ਾਂ 'ਚ ਪਾਣੀ ਯੂਜ਼ ਹੁੰਦਾ। ਤਾਂ ਇਹਦਾ ਮਤਲਬ ਤੁਹਾਡੇ ਕੋਲ ਜਿਹੜਾ ਹੈਗਾ ਇਹ ਤੁਹਾਡੇ ਕੋਲ ਸਹੀ ਹੈ, ਠੀਕ ਹੋ ਗਿਆ ਜੀ। ਉਸ ਤੋਂ ਬਾਅਦ ਜਿਹੜਾ ਹੈ ਬੰਗਾਲੀ ਚੀਤਾ ਕਿੱਥੇ ਮਿਲਦਾ ਹੈ, ਅਰੇ ਰਾਇਲ ਬੰਗਾਲ ਟਾਈਗਰ ਹੈ, ਮਿਲੂਗਾ ਬੰਗਾਲ 'ਚ, ਬੰਗਾਲ 'ਚ ਸੁੰਦਰਬਨ ਦਾ ਡੈਲਟਾ ਹੈ, तो राजस्थान थोड़ी मिलूगा। सो वेरी वेरी इंपॉर्टेंट है जी सुंदरबन डेल्टा, ठीक है जी। सो ये पूरा लेसन खत्म कर दिता जी ਆਪਾਂ ਨੇ ਤੁਹਾਡੇ ਕੋਲ, ठीक है जी। सो जे ਇੱਥੇ तक पहुँच गए हो
ਤਾਂ ਇੱਕ ਲਾਈਕ ਬਟਨ ਜ਼ਰੂਰ ਦੱਬ ਦਿਓ ਜੀ। ਜੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਵੈਸੇ ਤੁਸੀਂ ਸਿਆਣੇ ਹੋ ਕਰ ਲਿਆ ਹੋਊਗਾ, ਕਿਉਂਕਿ ਚੈਨਲ ਤੁਹਾਨੂੰ ਜ਼ਿਆਦਾ ਹਰ ਸਬਜੈਕਟ 'ਚ ਤੁਹਾਨੂੰ ਅੱਡ-ਅੱਡ ਚੈਨਲ ਲੱਭਣ ਦੀ ਲੋੜ ਨਹੀਂ, ਤਿੰਨੇ ਸਬਜੈਕਟ ਤੁਹਾਨੂੰ ਐਸਐਸਪੀ, ਸਾਇੰਸ ਵੀ ਤੇ ਮੈਥ ਵੀ ਇਕੱਠਾ ਮਿਲ ਜਾਣਾ। ਠੀਕ ਹੈ ਜੀ, ਸੋ ਲਾਈਕ ਦੱਬ ਦਿਓ ਜੀ, ਕਮੈਂਟ ਜ਼ਰੂਰ ਕਰ ਦਿਓ ਜੀ ਤੁਹਾਡੇ ਕੋਲ। ਠੀਕ ਹੈ ਜੀ, ਸੋ ਥੈਂਕ ਯੂ।